ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਅਸੀਂ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਜਾਂ ਗੁਰਮੁਖੀ ਲਿਪੀ ਜੋ ਹੈ ਪੰਜਾਬੀ ਭਾਸ਼ਾ ਦੇ ਲਈ ਕਿੰਨੀ ਉਚਿਤ ਹੈ ਜਾਂ ਗੁਰਮੁਖੀ ਲਿਪੀ ਕਿੰਨੀ ਪ੍ਰਾਚੀਨ ਹੈ, ਇਹਨਾਂ ਸਾਰੇ ਸੰਦਰਭਾਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ, ਅਤੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲਵੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਗੁਰਮੁਖੀ ਲਿਪੀ ਜੋ ਹੈ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਪ੍ਰਗਟਾਉਣ ਦੇ ਲਈ ਹੋਂਦ ਦੇ ਵਿੱਚ ਆਈ। ਭਾਵ ਵਿਸ਼ਵ ਪੱਧਰ 'ਤੇ ਜਿੰਨੀਆਂ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਉਹਨਾਂ ਨੂੰ ਜਦੋਂ ਅਸੀਂ ਲਿਖਤੀ ਰੂਪ ਦੇ ਵਿੱਚ ਪ੍ਰਗਟਾਉਣਾ ਹੁੰਦਾ ਹੈ ਤਾਂ ਉਸ ਦੇ ਲਈ ਕਿਸੇ ਨਾ ਕਿਸੇ ਲਿਪੀ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ, ਅੰਗਰੇਜ਼ੀ ਦੀ ਲਿਪੀ ਰੋਮਨ ਹੈ, ਉਰਦੂ ਭਾਸ਼ਾ ਦੀ ਲਿਪੀ ਫਾਰਸੀ ਹੈ। ਸੋ ਇਸੇ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇਣ ਦੇ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਈ ਵਰਤੇ ਜਾਣ ਦੇ ਕੀ ਕਾਰਨ ਹਨ ਜਾਂ ਉਸ ਦੀਆਂ ਕੀ ਭਾਸ਼ਾਈ ਵਿਸ਼ੇਸ਼ਤਾਵਾਂ ਹਨ ਜਾਂ ਇਹ ਲਿਪੀ ਕਿੰਨੀ ਕੁ ਉਚਿਤ ਹੈ, ਇਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾ ਕਾਰਨ ਹੈ ਕਿ ਗੁਰਮੁਖੀ ਲਿਪੀ ਇੱਕ ਪ੍ਰਾਚੀਨ ਲਿਪੀ ਹੈ ਜਿਸ ਦਾ ਸੰਬੰਧ ਬ੍ਰਹਮੀ ਲਿਪੀ ਦੇ ਨਾਲ ਹੈ। ਬ੍ਰਹਮੀ ਲਿਪੀ ਜਿਸ ਨੂੰ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੀ ਜਨਮਦਾਤੀ ਕਿਹਾ ਜਾਂਦਾ ਹੈ, ਪੰਜਾਬੀ ਭਾਸ਼ਾ ਦਾ ਸੰਬੰਧ ਵੀ ਇਸ ਲਿਪੀ ਦੇ ਨਾਲ ਹੈ, ਜੋ ਇਸ ਦੇ ਪ੍ਰਾਚੀਨ ਹੋਣ ਦੀ ਸਭ ਤੋਂ ਵੱਡੀ ਗਵਾਹੀ ਭਰਦੀ ਹੈ। ਸ਼ਾਰਦਾ ਅਤੇ ਟਾਕਰੀ ਜਿਹੜੀਆਂ ਬ੍ਰਹਮੀ ਲਿਪੀ ਤੋਂ ਬਾਅਦ ਪ੍ਰਚਲਿਤ ਸਨ, ਇਹਨਾਂ ਦੇ ਨਾਲ ਵੀ ਗੁਰਮੁਖੀ ਲਿਪੀ ਦੀ ਬਹੁਤ ਨੇੜੇ ਦੀ ਸਾਂਝ ਹੈ। ਇਹਨਾਂ ਦੇ ਕੁਝ ਅੱਖਰ ਬ੍ਰਹਮੀ ਲਿਪੀ ਦੇ, ਸ਼ਾਰਦਾ ਦੇ, ਟਾਕਰੀ ਦੇ, ਅਜੋਕਾ ਪੰਜਾਬੀ ਦੀ ਜੋ 35 ਅੱਖਰੀ ਹੈ ਜੋ ਲਿਪੀ, ਉਸ ਦੇ ਵਿੱਚ ਵੀ ਸ਼ਾਮਿਲ ਹਨ। ਗੁਰਮੁਖੀ ਲਿਪੀ ਗੁਰੂ ਸਾਹਿਬਾਨ ਦੁਆਰਾ ਪ੍ਰਚਾਰੀ ਗਈ ਲਿਪੀ ਹੈ, ਕਿਉਂਕਿ ਗੁਰੂ ਸਾਹਿਬਾਨ ਦੁਆਰਾ ਜੋ ਗੁਰਬਾਣੀ ਦੀ ਸਿਰਜਣਾ ਕੀਤੀ ਗਈ, ਉਸ ਗੁਰਬਾਣੀ ਦੀ ਸਿਰਜਣਾ ਦੇ ਲਈ ਉਸ ਸਮੇਂ ਵਿੱਚ ਜੋ ਪ੍ਰਚਲਿਤ ਲਿਪੀਆਂ ਸਨ, ਵੰਨ ਸੁਵੰਨੀਆਂ ਲਿਪੀਆਂ ਪ੍ਰਚਲਿਤ ਸਨ, ਜਿਨ੍ਹਾਂ ਦੇ ਵਿੱਚੋਂ ਗੁਰੂ ਸਾਹਿਬਾਨ ਨੇ ਪੰਜਾਬੀ ਲਿਪੀ ਜੋ ਸੀ, ਗੁਰਮੁਖੀ ਲਿਪੀ ਜੋ ਸੀ, ਉਸ ਨੂੰ ਵਧੇਰੇ ਮਹੱਤਤਾ ਦਿੱਤੀ। ਮਹੱਤਤਾ ਦੇਣ ਦਾ ਕਾਰਨ ਇਹ ਸੀ ਕਿ ਇਹ ਲਿਪੀ ਜੋ ਸੀ ਸਰਲ ਲਿਪੀ ਸੀ ਔਰ ਉਸ ਸਮੇਂ ਦੇ ਜਨ ਸਧਾਰਨ ਦੁਆਰਾ ਅਪਣਾਈ ਗਈ ਲਿਪੀ ਸੀ। ਇਸ ਲਿਪੀ ਦੇ ਵਿੱਚ ਗੁਰਬਾਣੀ ਦੀ ਸਿਰਜਣਾ ਕਰਨ ਦਾ ਮੁੱਖ ਮਕਸਦ ਗੁਰੂ ਸਾਹਿਬਾਨ ਦਾ ਉਸ ਵੇਲੇ ਦੇ ਆਮ ਜਨ ਸਧਾਰਨ ਤੱਕ ਆਪਣੀ ਬਾਣੀ ਜਾਂ ਆਪਣੇ ਸੰਦੇਸ਼ ਨੂੰ ਪ੍ਰਵਾਹਿਤ ਕਰਨਾ ਸੀ। ਸੋ ਉਸ ਲਿਪੀ ਨੂੰ ਪ੍ਰਚਾਰਿਆ ਗਿਆ। ਗੁਰਮੁਖੀ ਸਭ ਤੋਂ ਸਰਲ ਅਤੇ ਸੌਖੀ ਲਿਪੀ ਹੈ। ਲਿਖਣ ਦੇ ਵਿੱਚ ਇਹ ਬਹੁਤ ਹੀ ਸਰਲ ਹੈ। ਇਹਦੇ ਅੱਖਰਾਂ ਦੀ ਜੋ ਸ਼ੇਪ ਹੈ, ਜੋ ਬਣਤਰ ਹੈ, ਉਹ ਬੜੀ ਸਧਾਰਨ ਹੈ, ਸਰਲ ਹੈ ਅਤੇ ਸੌਖੇ ਢੰਗ ਦੇ ਨਾਲ ਲਿਖੇ ਜਾ ਸਕਦੇ ਹਨ। ਉਹਨਾਂ ਵਿੱਚ ਕੋਈ ਜਟਿਲਤਾ ਨਹੀਂ ਹੈ। ਜਿਵੇਂ ਹਿੰਦੀ ਦੇ ਵਿੱਚ ਤਰੈ ਜਾਂ ਅਕਸ਼ੈ ਜਾਂ ਫਿਰ ਰਿਸ਼ੀ ਵਾਲਾ ਜੋ ਹੈ, ਇਹ ਬੜੇ ਜਟਿਲ ਜਿਹੇ ਅੱਖਰ ਹਨ। ਪੰਜਾਬੀ ਦੇ ਵਿੱਚ ਅਜਿਹਾ ਕੋਈ ਵੀ ਲਿਪੀ ਦੇ ਵਿੱਚ ਅੱਖਰ ਮੌਜੂਦ ਨਹੀਂ ਹੈ ਜਿਸ ਨੂੰ ਲਿਖਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਆਉਂਦੀ ਹੋਵੇ। ਗੁਰਮੁਖੀ ਲਿਪੀ ਜੋ ਹੈ ਲਚਕਦਾਰ ਲਿਪੀ ਹੈ, ਯਾਨੀ ਕਿ ਇਹਦੇ ਵਿੱਚ ਲਚਕਤਾ ਹੈ, ਢਲ ਜਾਂਦੀ ਹੈ ਸਮੇਂ ਦੇ ਅਨੁਸਾਰ। ਸਮਰੱਥਾ ਹੈ ਇਸ ਦੇ ਵਿੱਚ, ਹਰ ਸਾਹਿਤ ਰੂਪ ਨੂੰ, ਹਰ ਸ਼ਬਦਾਵਲੀ ਨੂੰ, ਹਰ ਵਿਧਾ ਨੂੰ ਇਸ ਦੇ ਵਿੱਚ ਜੋ ਹੈ ਬਿਆਨਿਆ ਜਾ ਸਕਦਾ ਹੈ। ਅਤੇ ਸਮੇਂ ਦੇ ਹਾਣ ਦੀ ਹੈ। ਸਮੇਂ ਦੇ ਹਾਣ ਦੀ ਤੋਂ ਭਾਵ ਹੈ ਕਿ ਸਮੇਂ ਦੇ ਅਨੁਸਾਰ ਜਿਸ ਤਰ੍ਹਾਂ ਦੀਆਂ ਸਮਾਜ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ, ਉਹਨਾਂ ਤਬਦੀਲੀਆਂ ਦੇ ਨਾਲ ਜਿਸ ਤਰ੍ਹਾਂ ਭਾਸ਼ਾਵਾਂ ਦੇ ਵਿੱਚ ਬਦਲਾਵ ਆਉਂਦਾ ਰਿਹਾ, ਨਵੀਂ ਸ਼ਬਦਾਵਲੀ ਜੋ ਹੈ ਭਾਸ਼ਾਵਾਂ ਦੇ ਵਿੱਚ ਸ਼ਾਮਿਲ ਹੁੰਦੀ ਰਹੀ, ਉਹਨਾਂ ਸਾਰੀਆਂ ਸ਼ਬਦਾਵਲੀਆਂ ਨੂੰ, ਉਹਨਾਂ ਸਾਰੇ ਸਾਹਿਤ ਰੂਪਾਂ ਨੂੰ, ਉਹਨਾਂ ਸਾਰੀਆਂ ਜੋ ਪਰਿਵਰਤਨ ਜਾਂ ਬਦਲਾਅ ਆਏ, ਉਹਨਾਂ ਨੂੰ ਗੁਰਮੁਖੀ ਲਿਪੀ ਨੇ ਗ੍ਰਹਿਣ ਹੀ ਨਹੀਂ ਕੀਤਾ, ਸਗੋਂ ਉਸ ਨੂੰ ਆਪਣੇ ਅੰਦਰ ਸਮੋ ਲਿਆ। ਗੁਰਮੁਖੀ ਲਿਪੀ ਦੇ ਅੱਖਰ ਚਿੰਨ੍ਹ ਜਿਹੜੇ ਹਨ, ਉਹ ਕੋਈ ਵੀ ਬੱਚਾ ਜਾਂ ਕੋਈ ਅਜਨਬੀ ਜੋ ਪਹਿਲੀ ਵਾਰ ਪੰਜਾਬੀ ਲਿਖਣਾ ਜਾਂ ਪੜ੍ਹਨਾ ਸਿੱਖਣਾ ਚਾਹੁੰਦਾ ਹੈ, ਉਸ ਦੇ ਲਈ ਵੀ ਬੜੇ ਸਰਲ ਅਤੇ ਸੌਖੇ ਹਨ। ਉਹਨਾਂ ਨੂੰ ਲਿਖਣਾ, ਸੁਣਨਾ ਅਤੇ ਸਮਝਣਾ। ਕਿਉਂ ਸੌਖੇ ਜਾਂ ਸਰਲ ਹਨ ਬੱਚਿਆਂ ਦੇ ਲਈ ਜਾਂ ਕਿਸੇ ਅਜਨਬੀ ਦੇ ਲਈ? ਕਿਉਂਕਿ ਇਹਨਾਂ ਦੀ ਸਿਰਜਣਾ ਜਿਹੜੀ ਹੈ ਕੁਦਰਤੀ ਰੂਪ ਦੇ ਵਿੱਚ ਮੂੰਹ ਦੀਆਂ ਦੇ ਵੱਖ-ਵੱਖ ਜੋ ਅੰਗ ਹਨ, ਉਹਨਾਂ ਦੇ ਵਿੱਚੋਂ ਇਸ ਦੀ ਜੋ ਹੈ ਸਿਰਜਣਾ ਹੋਈ ਹੈ। ਇਤਿਹਾਸਕ ਅਤੇ ਭੂਗੋਲਿਕ ਤੌਰ 'ਤੇ ਵੀ ਪੰਜਾਬੀ ਭਾਸ਼ਾ ਦੇ ਲਈ ਗੁਰਮੁਖੀ ਲਿਪੀ ਸ਼੍ਰੇਸ਼ਠ ਸਿੱਧ ਹੁੰਦੀ ਹੈ।
ਕਿਉਂ? ਕਿਉਂਕਿ ਪੰਜਾਬ ਜੋ ਹੈ ਇਹ 5 ਦਰਿਆਵਾਂ ਦੀ ਧਰਤੀ ਹੈ। ਪੰਜਾਬ ਦੇ ਖਿੱਤੇ ਦੇ ਵਸਨੀਕ ਜਿਹੜੇ ਹਨ ਉਹ ਪੰਜਾਬੀ ਭਾਸ਼ਾ ਬੋਲਦੇ ਹਨ, ਅਤੇ ਪੰਜਾਬੀ ਭਾਸ਼ਾ ਦੇ ਲਈ ਸਭ ਤੋਂ ਜੋ ਸ਼੍ਰੇਸ਼ਠ ਲਿਪੀ ਹੈ ਉਹ ਗੁਰਮੁਖੀ ਲਿਪੀ ਹੀ ਹੈ। ਕਿਉਂਕਿ ਹਿੰਦੀ ਦੀ ਦੇਵਨਾਗਰੀ ਲਿਪੀ ਜਾਂ ਅੰਗਰੇਜ਼ੀ ਦੀ ਰੋਮਨ ਲਿਪੀ ਜਾਂ ਫਾਰਸੀ ਲਿਪੀ ਜੋ ਹੈ ਉਰਦੂ ਭਾਸ਼ਾ ਦੀ, ਉਹ ਸਾਰੀਆਂ ਲਿਪੀਆਂ ਜਿਹੜੀਆਂ ਹਨ ਉਹ ਗੁਰਮੁਖੀ ਲਿਪੀ ਦੇ ਮੁਕਾਬਲੇ ਦੇ ਵਿੱਚ ਪੰਜਾਬੀ ਭਾਸ਼ਾ ਦੇ ਲਈ ਦੋਵੇਂ ਦਰਜੇ 'ਤੇ ਆਉਂਦੀਆਂ ਹਨ। ਇਸ ਲਈ ਇਹ ਲਿਪੀ ਸਭ ਤੋਂ ਵਧੇਰੇ ਉਚਿਤ ਹੈ, ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਲਈ। ਗੁਰਮੁਖੀ ਲਿਪੀ ਵਿੱਚ ਬਾਕੀ ਲਿਪੀਆਂ ਜੋ ਹਨ, ਭਾਵ ਜਿਵੇਂ ਦੇਵਨਾਗਰੀ, ਰੋਮਨ ਜਾਂ ਫਾਰਸੀ ਲਿਪੀ, ਉਹਨਾਂ ਨੂੰ ਵੀ ਸਰਲਤਾ ਦੇ ਨਾਲ ਲਿਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਹਿੰਦੀ ਦਾ ਅਕਸ਼ੈ ਅਕਸ਼ਰ ਹੈ, ਪੰਜਾਬੀ ਦੇ ਵਿੱਚ ਇਸ ਦੇ ਲਈ ਖੈ, ਜਿਵੇਂ ਅਕਸ਼ਮਾ ਦੇ ਲਈ ਪੰਜਾਬੀ ਦੇ ਵਿੱਚ ਖੀਮਾ ਸ਼ਬਦ ਲਿਖਿਆ ਜਾਂਦਾ ਹੈ। ਗੁਰਮੁਖੀ ਲਿਪੀ ਵਿੱਚ ਅੱਖਰਾਂ ਨੂੰ ਬਿਨਾਂ ਕਲਮ ਚੁੱਕੇ ਅਤੇ ਸੁੰਦਰ ਢੰਗ ਦੇ ਨਾਲ ਲਿਖਿਆ ਜਾ ਸਕਦਾ ਹੈ, ਭਾਵ ਬਾਰ-ਬਾਰ ਕਲਮ ਨਹੀਂ ਚੁੱਕਣੀ ਪੈਂਦੀ। ਅੱਖਰ ਨੂੰ ਦੀ ਬਣਤਰ ਜਿਹੜੀ ਹੈ ਇੰਨੀ ਕੁਦਰਤੀ ਰੂਪ ਦੇ ਵਿੱਚ ਹੈ ਕਿ ਬਿਨਾਂ ਕਲਮ ਚੁੱਕੇ ਹੀ ਉਸ ਨੂੰ ਰਵਾਨਗੀ ਦੇ ਨਾਲ ਲਿਖਿਆ ਜਾ ਸਕਦਾ ਹੈ। ਗੁਰਮੁਖੀ ਲਿਪੀ ਜਿਹਾ ਬੋਲਿਆ ਤਿਹਾ ਲਿਖਿਆ, ਭਾਵ ਜਿਵੇਂ ਬੋਲੀ ਜਾਂਦੀ ਹੈ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ, ਇਸ ਸਿਧਾਂਤ ਦੇ ਉੱਤੇ ਚੱਲਦੀ ਹੈ। ਗੁਰਮੁਖੀ ਲਿਪੀ ਆਦਰਸ਼ਕ ਲਿਪੀ ਹੈ। ਆਦਰਸ਼ਕ ਲਿਪੀ ਭਾਵ ਇਸ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦੀ ਹੈ। ਇਸੇ ਸਦਕਾ ਹੀ ਇਸ ਲਿਪੀ ਦੇ ਵਿੱਚ ਉੱਚ ਪਾਏ ਦੀ ਸਾਹਿਤ ਰਚਨਾ ਹੋਈ ਹੈ। ਪੁਰਾਤਨ ਕਾਲ ਤੋਂ ਲੈ ਕੇ, ਭਾਵੇਂ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਪੱਟੀ ਸੀ ਜੋ ਕਿ ਆਸਾ ਰਾਗ ਦੇ ਵਿੱਚ ਲਿਖੀ ਗਈ ਹੈ, ਉਹਦੇ ਵਿੱਚ ਵੀ ਪੰਜਾਬੀ ਦੇ ਅੱਖਰ ਮੌਜੂਦ ਹਨ। ਇਸ ਤੋਂ ਜੇ ਪਿਛਾਂਹ ਜਾਇਆ ਜਾਵੇ ਤਾਂ 8ਵੀਂ 9ਵੀਂ ਸ਼ਤਾਬਦੀ ਦੇ ਵਿੱਚ ਜੋ ਨਾਥ ਜੋਗੀਆਂ ਦੀਆਂ ਰਚਨਾਵਾਂ ਹਨ, ਉਹਨਾਂ ਦੇ ਵਿਚਲੇ ਵੀ ਕੁਝ ਅੱਖਰ ਪੰਜਾਬੀ ਭਾਸ਼ਾ ਦੇ ਨਾਲ ਮੈਚ ਕਰਦੇ ਹਨ। ਜਿਵੇਂ ਸਭ ਤੋਂ ਵੱਡਾ ਐਗਜ਼ਾਮਪਲ ਤਾਂ ਇਹੀ ਹੈ ਕਿ ਇਹ ਬ੍ਰਹਮੀ ਲਿਪੀ ਦੇ ਨਾਲ ਹੀ ਜਦ ਇਸ ਦੀ ਨੇੜਤਾ ਹੈ, ਜੋ ਕਿ ਸਾਰੀਆਂ ਲਿਪੀਆਂ ਦਾ ਮੂਲ ਹੈ, ਮੁੱਢ ਹੈ, ਜੜ ਹੈ, ਤਾਂ ਇਸ ਦੇ ਵਿੱਚ ਭਾਵ ਗੁਰਮੁਖੀ ਲਿਪੀ ਦੇ ਰਾਹੀਂ ਪੰਜਾਬੀ ਭਾਸ਼ਾ ਦੇ ਵਿੱਚ ਜੋ ਉੱਚ ਪਾਏ ਦਾ ਸਾਹਿਤ ਰਚਿਆ ਗਿਆ ਹੈ, ਭਾਵੇਂ ਉਹ ਗੁਰਮਤਿ ਸਾਹਿਤ ਹੋਵੇ, ਕਿੱਸਾ ਸਾਹਿਤ ਹੋਵੇ, ਸੂਫੀ ਸਾਹਿਤ ਹੋਵੇ, ਜਾਂ ਮੱਧਕਾਲ ਦੇ ਵਿੱਚ ਜੋ ਵਾਰਤਕ ਹੋਣ ਦੇ ਵਿੱਚ ਆਈ, ਉਸ ਤੋਂ ਬਾਅਦ ਆਧੁਨਿਕ ਕਾਲ ਦੇ ਵਿੱਚ ਜੋ ਸਾਹਿਤ ਸਿਰਜਣਾ ਹੋ ਰਹੀ ਹੈ, ਇਸ ਦਾ ਸਾਰਾ ਸਿਹਰਾ ਗੁਰਮੁਖੀ ਲਿਪੀ ਦੇ ਸਿਰ ਹੀ ਜਾਂਦਾ ਹੈ। ਅਤੇ ਗੁਰਮੁਖੀ ਲਿਪੀ ਲਿਖਣ ਸਮੇਂ ਭਾਸ਼ਾ ਸੰਬੰਧੀ ਜੋ ਤਕਨੀਕੀ ਲੋੜਾਂ ਹਨ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਸਮਰੱਥ ਹੈ। ਨਵੀਨ ਪ੍ਰਵਿਰਤੀਆਂ ਸਦਕਾ ਵਰਤੋਂ ਵਿੱਚ ਆਈ ਜੋ ਨਵੀਂ ਸ਼ਬਦਾਵਲੀ ਹੈ, ਭਾਵੇਂ ਉਹ ਕਿਸੇ ਵੀ ਢੰਗ ਦੇ ਨਾਲ ਵਿਦੇਸ਼ੀ ਭਾਸ਼ਾਵਾਂ ਦੇ ਪ੍ਰਭਾਵ ਦੇ ਨਾਲ, ਵਿਦੇਸ਼ੀ ਸਾਹਿਤ ਰੂਪਾਂ ਦੇ ਪ੍ਰਭਾਵ ਦੇ ਨਾਲ, ਜਾਂ ਵਿਗਿਆਨ ਅਤੇ ਟੈਕਨੋਲੋਜੀ ਦੇ ਆਗਮਨ ਦੇ ਨਾਲ ਜੋ ਨਵੀਂ ਸ਼ਬਦਾਵਲੀ ਦਾ ਆਗਮਨ ਹੋਇਆ ਹੈ, ਉਸ ਨੂੰ ਵੀ ਗੁਰਮੁਖੀ ਲਿਪੀ ਜੋ ਹੈ ਉਹ ਬੜੇ ਹੀ ਸਹਿਜ ਢੰਗ ਦੇ ਨਾਲ ਪ੍ਰਗਟਾਉਣ ਦੇ ਵਿੱਚ ਸਮਰੱਥ ਹੈ। ਅਤੇ ਗੁਰਮੁਖੀ ਲਿਪੀ ਕੋਲ ਇੰਨੀਆਂ ਧੁਨੀਆਂ ਹਨ ਜਿਨ੍ਹਾਂ ਸਦਕਾ ਹਰ ਅੱਖਰ ਅਤੇ ਹਰ ਆਵਾਜ਼ ਨੂੰ ਸਾਂਭਿਆ ਜਾ ਸਕਦਾ ਹੈ। ਗੁਰਮੁਖੀ ਲਿਪੀ ਵਿਆਕਰਨ ਦੇ ਨਿਯਮਾਂ ਅਨੁਸਾਰ ਖਰੀ ਉਤਰਦੀ ਹੈ, ਕਿਉਂਕਿ ਕੋਈ ਵੀ ਭਾਸ਼ਾ ਜਿਹੜੀ ਹੈ ਜਿੰਨੀ ਦੇਰ ਤੱਕ ਉਹ ਵਿਆਕਰਨਕ ਤੌਰ 'ਤੇ ਸ਼ੁੱਧ ਨਹੀਂ ਹੋਵੇਗੀ, ਉਨੀ ਦੇਰ ਤੱਕ ਉਹ ਭਾਸ਼ਾ ਦੀ ਸਮਰੱਥਾ ਜਿਹੜੀ ਹੈ ਉਹ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਕਾਇਮ ਰਹੇਗੀ ਉਹ ਭਾਸ਼ਾ। ਪਰ ਗੁਰਮੁਖੀ ਲਿਪੀ ਜਿਹੜਾ ਹੈ ਇਸ ਨੂੰ ਮੁੱਢ ਤੋਂ ਹੀ ਵਿਆਕਰਨਕ ਨਿਯਮਾਂ ਦੇ ਅਨੁਸਾਰ ਜੋ ਹੈ ਢਾਲਿਆ ਗਿਆ ਹੈ। ਗੁਰਮੁਖੀ ਲਿਪੀ ਦੇ ਅੱਖਰਾਂ ਦੀ ਗਿਣਤੀ ਸੰਤੁਲਿਤ ਹੈ, ਭਾਵ ਇਹਦੇ ਵਿੱਚ 35 ਅੱਖਰ ਹਨ। ਜਿਵੇਂ ਦੇਵਨਾਗਰੀ ਵਿੱਚ 52 ਅੱਖਰ ਹਨ, ਰੋਮਨ ਵਿੱਚ 26 ਹਨ ਅਤੇ ਫਾਰਸੀ ਵਿੱਚ 30 ਹਨ। ਹੁਣ 52 ਅੱਖਰ ਬਹੁਤ ਜ਼ਿਆਦਾ ਹਨ ਕਿਸੇ ਨਵੇਂ ਸਿਖਾਂਦਰੂ ਦੇ ਲਈ ਸਿੱਖਣੇ, ਅਤੇ 26 ਅੱਖਰ ਜਿਹੜੇ ਹਨ ਇਹ ਬਹੁਤ ਘੱਟ ਹਨ। ਪਰ ਪੰਜਾਬੀ ਦਾ ਮੇਲ ਜਿਹੜਾ ਹੈ 35 ਅੱਖਰਾਂ ਦਾ ਵਿੱਚ ਵਿਚਾਲੇ ਦਾ ਹੈ, ਨਾ ਬਹੁਤ ਜ਼ਿਆਦਾ ਹਨ ਨਾ ਬਹੁਤ ਘੱਟ ਹਨ। ਪਰ ਇਸ ਦੇ ਬਾਵਜੂਦ ਵੀ ਇਹ ਪੰਜਾਬੀ ਭਾਸ਼ਾ ਦੀ ਹਰ ਲੋੜ ਨੂੰ ਜੋ ਹੈ, ਹਰ ਧਵਨੀ ਨੂੰ, ਹਰ ਆਵਾਜ਼ ਨੂੰ, ਹਰ ਸ਼ਬਦ ਨੂੰ, ਹਰ ਸੋਚ ਨੂੰ ਸਿਰੇ ਚੜਾਉਣ ਦੇ ਵਿੱਚ ਸਮਰੱਥ ਹਨ। ਗੁਰਮੁਖੀ ਲਿਪੀ 3 ਸਵਰ ਪ੍ਰਣਾਲੀ 'ਤੇ ਚੱਲਦੀ ਹੈ। ਇਸ ਦੇ 3 ਸਵਰ ਵਾਹਕ ਹਨ, ਊੜਾ, ਆੜਾ ਅਤੇ ਈੜੀ। ਅਤੇ ਗੁਰਮੁਖੀ ਲਿਪੀ ਦੇ ਅੱਖਰਾਂ ਲਈ ਇੱਕ ਧੁਨੀ ਹੈ, ਭਾਵ ਇੱਕ ਅੱਖਰ ਦੇ ਲਈ ਇੱਕੋ ਧੁਨੀ ਹੈ। ਜਿਵੇਂ ਹਿੰਦੀ ਦੇ ਵਿੱਚ ਅ ਜੋ ਹੈ ਇਸ ਢੰਗ ਨਾਲ ਵੀ ਲਿਖਿਆ ਜਾਂਦਾ ਹੈ, ਅਤੇ ਯਾਨੀ ਕਿ ਅ ਦੇ ਹੀ 2 ਰੂਪ ਹਨ। ਸੋ ਇਸ ਤਰ੍ਹਾਂ ਗੁਰਮੁਖੀ ਲਿਪੀ ਜਿਹੜੀ ਹੈ ਇਹਦੇ ਵਿੱਚ ਇੱਕ ਅੱਖਰ ਦੇ ਲਈ ਇੱਕ ਧੁਨੀ ਹੈ, ਜੋ ਇਸ ਦੀ ਵਿਗਿਆਨਕਤਾ ਨੂੰ ਵੀ ਅਤੇ ਸ਼੍ਰੇਸ਼ਠਤਾ ਨੂੰ ਵੀ ਸਿੱਧ ਕਰਦੀ ਹੈ। ਅਤੇ 30 ਵਿਅੰਜਨ ਅਤੇ 2 ਅੱਧ ਸਵਰ ਹਨ, ਭਾਵ ਇਸ ਦੇ ਵਿੱਚ ਕੁੱਲ 35 ਅੱਖਰ ਹਨ, ਜਿਨ੍ਹਾਂ ਦੇ ਵਿੱਚੋਂ 3 ਜੋ ਹਨ ਇਹ ਸਵਰ ਹਨ, ਜਿਨ੍ਹਾਂ ਨੂੰ ਸਵਰ ਵਾਹਕ ਵੀ ਕਿਹਾ ਜਾਂਦਾ ਹੈ। 2 ਅੱਧ ਸਵਰ ਹਨ, ਜਿਵੇਂ ਯਈਆ ਅਤੇ ਵੱਵਾ, ਅਤੇ 30 ਜਿਹੜੇ ਹਨ ਇਹਦੇ ਵਿੱਚ ਸ਼ੁੱਧ ਵਿਅੰਜਨ ਹਨ। ਹਰ ਮਹਾਂਪ੍ਰਾਂਤ ਧੁਨੀ ਦੇ ਲਈ ਵੀ ਇਹਦੇ ਵਿੱਚ ਵੱਖਰਾ
चिन्ह निश्चित है। ਤੇ ਸੁਰਾਤਮਕਤਾ ਭਾਵ ਸਵਰਾਂ ਦਾ ਲਮਕਾ ਜੋ ਹੈ, ਜਿਸ ਸਦਕਾ ਪੰਜਾਬੀ ਦੇ ਵਿੱਚ ਇੱਕ ਸੁਰਾਤਮਕ ਅੰਦਾਜ਼ ਜਿਹੜਾ ਹੈ ਉਹ ਇਸ ਦਾ ਭਾਸ਼ਾਈ ਲੱਛਣ ਬਣ ਗਿਆ ਹੈ, ਉਸ ਨੂੰ ਪ੍ਰਗਟਾਉਣ ਦੇ ਵਿੱਚ ਵੀ ਸਮਰੱਥ ਹੈ। ਅਤੇ ਗੁਰਮੁਖੀ ਲਿਪੀ ਜੋ ਹੈ ਸੱਜੇ ਪਾਸੇ ਤੋਂ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਚੱਲਦੀ ਹੈ, ਖੱਬੇ ਹੱਥ ਵੱਲੋਂ ਸੱਜੇ ਹੱਥ ਵੱਲ ਨੂੰ ਇਸ ਨੂੰ ਲਿਖਿਆ ਜਾਂਦਾ ਹੈ। ਅਤੇ ਗੁਰਮੁਖੀ ਦੇ ਸਵਰ ਅੱਖਰ ਅਤੇ ਵਿਅੰਜਨਾਂ ਦੀ ਤਰਤੀਬ ਜਿਹੜੀ ਹੈ ਇਸ ਦਾ ਉਚਾਰਨ ਵਿਗਿਆਨਕ ਪੱਧਰ ਦਾ ਹੈ, ਭਾਵ ਉਚਾਰਨ ਜਿਹੜਾ ਹੈ ਜਿਵੇਂ ਕੁਵਰਗ ਵਾਲੇ ਅੱਖਰ ਹਨ ਤਾਂ ਇਹ ਕੰਠ ਤੋਂ ਸ਼ੁਰੂ ਹੁੰਦੇ ਹਨ, ਫਿਰ ਚਵਰਗ ਵਾਲੇ ਤਾਲੂ ਤੋਂ ਆ ਗਏ, ਅੱਗੇ ਦੰਤੀ ਆ ਗਏ ਜਾਂ ਹੋਠੀ ਆ ਗਏ, ਭਾਵ ਗਲੇ ਤੋਂ ਲੈ ਕੇ ਬਾਹਰ ਵਾਲੀ ਸਾਈਡ ਨੂੰ ਪਹਿਲਾਂ ਕੰਠੀ ਹੈ, ਫਿਰ ਤਾਲੂ ਹੈ, ਫਿਰ ਦੰਤੀ ਹੈ, ਕਠੋਰ ਤਾਲੂ ਤੋਂ ਬਾਅਦ ਦੰਤੀ ਆ ਗਿਆ ਅਤੇ ਉਸ ਤੋਂ ਬਾਅਦ ਹੋਠੀ ਸ਼ਬਦਾਂ ਦਾ ਉਚਾਰਨ ਹੁੰਦਾ ਹੈ। ਸੋ ਇਸ ਢੰਗ ਦੇ ਨਾਲ ਇਹ ਵਿਗਿਆਨਕ ਲਿਪੀ ਵੀ ਹੈ। ਅਤੇ ਗੁਰਮੁਖੀ ਲਿਪੀ ਦੇ ਅੱਖਰ ਜਿਹੜੇ ਹਨ ਇਹਨਾਂ ਦਾ ਆਕਾਰ ਜਾਂ ਇਹਨਾਂ ਦੀ ਬਣਤਰ ਜਿਹੜੀ ਹੈ ਉਹ ਗੋਲਾਈਦਾਰ ਹੈ, ਜਿਸ ਸਦਕਾ ਇਸ ਦੀ ਦਿੱਖ ਜਿਹੜੀ ਹੈ ਉਹ ਬੜੀ ਹੀ ਖੂਬਸੂਰਤ ਹੈ। ਗੁਰਮੁਖੀ ਲਿਪੀ ਵਿੱਚ ਅਜਿਹਾ ਕੋਈ ਵੀ ਚਿੰਨ੍ਹ ਨਹੀਂ ਵਰਤਿਆ ਜਾਂਦਾ ਜਿਸ ਦੀ ਧੁਨੀ ਪੰਜਾਬੀ ਉਚਾਰਨ ਵਿੱਚ ਮੌਜੂਦ ਨਾ ਹੋਵੇ। ਜਿਵੇਂ ਹਿੰਦੀ ਦੇ ਵਿੱਚ ਅੜਾ ਖਾਲੀ ਜਿਹੜਾ ਹੈ ਇਹ ਸਿਰਫ ਲਿਖਿਆ ਜਾਂਦਾ ਹੈ, ਵਾਸਤਵ ਦੇ ਵਿੱਚ ਇਹ ਵਰਤਿਆ ਨਹੀਂ ਜਾਂਦਾ, ਬਹੁਤ ਘੱਟ ਵਰਤਿਆ ਜਾਂਦਾ ਹੈ। ਜਾਂ ਹੋਰ ਵੀ ਕਈ ਅੱਖਰ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਹਨ ਜਿਹੜੇ ਲਿਪੀ ਦੇ ਵਿੱਚ ਮੌਜੂਦ ਹਨ ਪਰ ਆਮ ਵਰਤੋਂ ਦੇ ਵਿੱਚ ਨਹੀਂ ਹਨ, ਪਰ ਪੰਜਾਬੀ ਦੇ ਸਾਰੇ ਅੱਖਰ ਜਿਹੜੇ ਹਨ ਉਹ ਵਰਤੇ ਜਾਂਦੇ ਹਨ। ਜਿਵੇਂ ਯਈਆਂ ਅਤੇ ਗੰਘਾਂ ਸ਼ਬਦ ਜਿਹੜੇ ਹਨ ਉਹ ਵੀ ਕੁਝ ਸ਼ਬਦਾਂ ਦੇ ਲਈ ਅੱਜ ਅਜੋਕੇ ਰੂਪ ਦੇ ਵਿੱਚ ਵੀ ਪ੍ਰਚਲਿਤ ਹਨ। ਪੰਜਾਬੀ ਉਚਾਰਨ ਵਿੱਚ ਦਬਾਅ ਵਾਲੇ ਅੱਖਰਾਂ ਦੇ ਲਈ ਅੱਧਕ ਵਰਤਿਆ ਜਾਂਦਾ ਹੈ, ਭਾਵ ਪੰਜਾਬੀ ਉਚਾਰਨ ਦੇ ਵਿੱਚ ਜੋ ਦਬਾਅ ਹੈ, ਦਬਾਅ ਦੇ ਲਈ ਅੱਧਕ ਦੀ ਵਰਤੋਂ ਹੁੰਦੀ ਹੈ, ਜੋ ਕਿਸੇ ਵੀ ਹੋਰ ਲਿਪੀ ਦੇ ਵਿੱਚ ਮੌਜੂਦ ਨਹੀਂ ਹੈ, ਕਿਉਂਕਿ ਇੱਕੋ ਅੱਧਕ ਦੇ ਨਾਲ ਹੀ ਅਸੀਂ ਦਬਾਅ ਜਾਂ ਅੱਧੇ ਅੱਖਰ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਾਂ, ਜਦਕਿ ਹਿੰਦੀ ਭਾਸ਼ਾ ਜੋ ਹੈ ਜੇਕਰ ਉਸ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਦੇ ਵਿੱਚ ਹਰ ਅੱਖਰ ਦੇ ਵਿੱਚ ਅੱਧਾ ਅੱਖਰ ਜਿਹੜਾ ਹੈ ਉਹ ਵੱਖਰੇ ਤੌਰ 'ਤੇ ਲਿਖਣਾ ਪੈਂਦਾ ਹੈ। ਜਿਵੇਂ ਬੱਚੇ ਦੇ ਲਈ ਅੱਧਾ ਅੱਖਰ, ਹੁਣ ਇੱਕੋ ਹੀ ਅੱਖਰ ਜਿਹੜਾ ਹੈ ਉਹ ਦੋ ਰੂਪਾਂ ਦੇ ਵਿੱਚ ਉਸ ਨੂੰ ਲਿਖਿਆ ਜਾ ਰਿਹਾ ਹੈ। ਇਸ ਤਰ੍ਹਾਂ ਅੱਖਰਾਂ ਦਾ ਜਿਹੜਾ ਦੁਹਰਾਓ ਹੈ ਇਹ ਜਿਹੜਾ ਹੈ ਇਸ ਦੇ ਵਰਤਾਰੇ ਨੂੰ ਇਹ ਵਿਗਿਆਨਿਕ ਸਿੱਧ ਕਰਦਾ ਹੈ, ਭਾਵ ਇੱਕੋ ਅੱਖਰ ਜੋ ਹੈ ਅੱਧੇ ਰੂਪ ਦੇ ਵਿੱਚ ਵੀ ਲਿਖਿਆ ਜਾ ਰਿਹਾ ਹੈ ਅਤੇ ਸਾਰੇ ਰੂਪ ਦੇ ਵਿੱਚ ਵੀ ਲਿਖਿਆ ਜਾ ਰਿਹਾ ਹੈ। ਇਸ ਤਰ੍ਹਾਂ ਹਰ ਅੱਖਰ ਜਿਹੜਾ ਹੈ ਉਸਦੇ ਦੋ ਰੂਪ ਹਨ, ਪਰ ਪੰਜਾਬੀ ਦੇ ਵਿੱਚ ਇੱਕੋ ਅੱਧਕ ਦੇ ਨਾਲ ਅਸੀਂ ਹਰ ਅੱਧੇ ਅੱਖਰ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਾਂ। ਇਸ ਤੋਂ ਅੱਗੇ ਆ ਜਾਂਦਾ ਹੈ ਕਿ ਗੁਰਮੁਖੀ ਅੱਖਰਾਂ ਦੀ ਜਿਹੜੀ ਬਣਤਰ ਹੈ, ਜਿਸ ਦਾ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਕਿ ਇਹ ਬੜੀ ਸਰਲ ਹੈ। ਅਤੇ ਗੁਰਮੁਖੀ ਲਿਪੀ ਵਿੱਚ ਹਰਸਵ ਅਤੇ ਦੀਰਘ ਸਵਰ ਮੌਜੂਦ ਹਨ, ਭਾਵ ਲਘੂ ਅਤੇ ਦੀਰਘ ਦੋਨਾਂ ਤਰ੍ਹਾਂ ਦੇ ਸਵਰ ਜਿਹੜੇ ਹਨ ਉਹ ਮੌਜੂਦ ਹਨ। ਅਤੇ ਗੁਰਮੁਖੀ ਲਿਪੀ ਵਿੱਚ ਹਾਹਾ, ਰੱਰਾ ਅਤੇ ਵੱਵਾ ਦੁੱਤ ਅੱਖਰ ਹਨ ਜਿਹੜੇ ਕਿ ਪੈਰ ਦੇ ਵਿੱਚ ਲਿਖੇ ਜਾਂਦੇ ਹਨ। ਜਿਵੇਂ ਸਵਰ ਅਸੀਂ ਲਿਖਣਾ ਹੈ ਅਤੇ ਸਵਰ ਦੇ ਪੈਰ ਦੇ ਥੱਲੇ ਸੱਸੇ ਦੇ ਵੱਵਾ ਆ ਰਿਹਾ ਹੈ। ਸੋ ਇਹ ਅੱਖਰ ਜਿਹੜੇ ਹਨ ਸਿਰਫ ਇਹਨਾਂ ਦੀ ਗਿਣਤੀ 3 ਹੀ ਹੈ, ਜਦਕਿ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਅਜਿਹਾ ਕੋਈ ਬੰਧਨ ਨਹੀਂ ਹੈ। ਸੋ ਇਸ ਸਦਕਾ ਵੀ ਅਸੀਂ ਗੁਰਮੁਖੀ ਲਿਪੀ ਨੂੰ ਪੰਜਾਬੀ ਦੇ ਲਈ ਸਭ ਤੋਂ ਵਿਗਿਆਨਕ, ਢੁਕਵੀਂ ਅਤੇ ਉਚਿਤ ਲਿਪੀ ਕਹਿ ਸਕਦੇ ਹਾਂ, ਮੰਨਦੇ ਹਾਂ, ਔਰ ਹੈ ਵੀ। ਬਿੰਦੀ, ਟਿੱਪੀ ਅਤੇ ਅੱਧਕ ਜਿਹੜੇ ਲਗਾਖਰ ਦੇ ਰੂਪ ਦੇ ਵਿੱਚ ਪੰਜਾਬੀ ਦੀ ਗੁਰਮੁਖੀ ਲਿਪੀ ਦੀ ਵਿਸ਼ੇਸ਼ ਪਛਾਣ ਹਨ। ਅਤੇ 10 ਸਵਰਾਂ ਨੂੰ ਪ੍ਰਗਟਾਉਣ ਦੇ ਲਈ 10 ਲਗਾ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੇ ਬੇਸਿਕ ਸੁਰ ਹਨ, 3 ਊੜਾ, ਆੜਾ ਅਤੇ ਈੜੀ, ਉਸੇ ਨੂੰ ਆਧਾਰ ਬਣਾ ਕੇ ਹੀ ਬਣਾਈਆਂ ਗਈਆਂ ਹਨ। ਅਤੇ ਕੱਕਾ, ਖੱਖਾ, ਗੱਗਾ, ਸੱਸਾ, ਜੱਜਾ, ਫੱਫਾ ਅਤੇ ਲੱਲਾ ਜਿਨ੍ਹਾਂ ਦੇ ਪੈਰ ਥੱਲੇ ਨੁਕਤਾ ਲੱਗਦਾ ਹੈ, ਇਹਨਾਂ ਦੀ ਗਿਣਤੀ ਕੁੱਲ 7 ਹੈ। ਇਹ ਸਾਰੀਆਂ ਧੁਨੀਆਂ ਜਿਹੜੀਆਂ ਹਨ ਇਹ ਵਿਦੇਸ਼ੀ ਭਾਸ਼ਾ, ਖਾਸ ਕਰ ਇਸਲਾਮ ਦੇ ਆਗਮਨ ਦੇ ਨਾਲ ਪਰ ਫਾਰਸੀ ਦੇ ਪ੍ਰਭਾਵ ਅਧੀਨ ਪੰਜਾਬੀ ਦੇ ਵਿੱਚ ਸ਼ਾਮਿਲ ਹੋਈਆਂ, ਭਾਵ ਇਹ ਸਿੱਧ ਹੁੰਦਾ ਹੈ ਕਿ ਗੁਰਮੁਖੀ ਲਿਪੀ ਜੋ ਹੈ ਇਹ ਸਮੇਂ ਦੇ ਹਾਣ ਦੀ ਲਿਪੀ ਹੈ, ਕਿਉਂਕਿ ਸਮੇਂ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਜਿਸ ਤਰ੍ਹਾਂ ਦਾ ਸਮਾਂ ਸੀ, ਜਿਸ ਤਰ੍ਹਾਂ ਦਾ ਸਮਾਜ ਸੀ, ਜਿਸ ਤਰ੍ਹਾਂ ਦਾ ਮਾਹੌਲ ਸੀ, ਉਸੇ ਢੰਗ ਦੇ ਨਾਲ ਗੁਰਮੁਖੀ ਲਿਪੀ ਨੇ ਉਸ ਸਮੇਂ ਦੀ ਨਵੀਂ ਸ਼ਬਦਾਵਲੀ ਨੂੰ ਗ੍ਰਹਿਣ ਕਰਨ ਦੇ ਲਈ ਆਪਣੇ ਵਿੱਚ ਵਾਧਾ ਕਰ ਲਿਆ, ਜਿਸ ਸਦਕਾ ਇਸ ਦੇ ਵਿੱਚ ਜੋ 35 ਅੱਖਰਾਂ ਦੇ ਵਿੱਚ 7 ਨਵੀਆਂ ਧੁਨੀਆਂ ਦੇ ਜੁੜਨ ਦੇ ਨਾਲ ਪੰਜਾਬੀ ਦੇ ਅੱਖਰਾਂ ਦੀ ਗਿਣਤੀ ਜੋ ਹੈ ਅਜੋਕੇ ਸਮੇਂ ਦੇ ਵਿੱਚ 42 ਹੈ। ਗੁਰਮੁਖੀ ਲਿਪੀ ਦੇ ਅੱਖਰ ਜੋ ਘੱਗਾ, ਝੱਜਾ, ਢੱਡਾ ਅਤੇ ਭੱਬਾ ਜਿਹੜੇ ਹਰ ਸਤਰ ਦਾ ਚੌਥਾ ਅੱਖਰ ਹੈ, ਜਿਵੇਂ ਕੱਕਾ, ਖੱਖਾ, ਗੱਗੇ,
ਕੱਕਾ ਖੱਖਾ ਗੱਗੇ ਤੋਂ ਬਾਅਦ ਜੋ ਚੌਥਾ ਅੱਖਰ ਹੈ ਘੱਗਾ, ਫਿਰ ਚੱਚਾ ਛੱਛਾ ਜੱਜੇ ਤੋਂ ਬਾਅਦ ਝੱਜਾ ਅਤੇ ਢੱਡਾ ਧੱਦਾ ਅਤੇ ਪੱਬਾ। ਇਸ ਤਰ੍ਹਾਂ ਸਾਰੇ ਦੇ ਸਾਰੇ ਜਿਹੜੇ ਚੌਥੇ ਅੱਖਰ ਹਨ ਇਹ ਵਿਸ਼ੇਸ਼ ਜੋ ਪ੍ਰਭਾਵ ਵਾਲੇ ਇੱਕ ਠੁੱਕਦਾਰ ਜਾਂ ਗੂੰਜ ਗੜਗੱਜ ਵਾਲੀ ਭਾਰੀ ਸ਼ਬਦਾਵਲੀ ਦੇ ਲਈ ਵਰਤੇ ਜਾਂਦੇ ਹਨ। ਸੋ ਇਹ ਗੁਰਮੁਖੀ ਲਿਪੀ ਦੇ ਵਿੱਚ ਇੱਕ ਨਿਵੇਕਲਾ ਉਚਾਰਨ ਹੈ ਜਿਹੜਾ ਸਿਰਫ ਔਰ ਸਿਰਫ ਗੁਰਮੁਖੀ ਲਿਪੀ ਦੇ ਵਿੱਚ ਇਸ ਦੀ ਉਚਾਰਨ ਦੀ ਰੀਤ ਜਿਹੜੀ ਹੈ ਉਹ ਵੱਖਰੀ ਹੈ। ਕਿਵੇਂ? ਜਿਵੇਂ ਹਿੰਦੀ ਦੇ ਵਿੱਚ ਅਸੀਂ ਘਰ ਸ਼ਬਦ ਬੋਲਦੇ ਹਾਂ, ਪਰ ਪੰਜਾਬੀ ਦੇ ਵਿੱਚ ਇਸ ਨੂੰ ਘਰ ਬੋਲਿਆ ਜਾਂਦਾ ਹੈ। ਅਤੇ ਦੂਜੇ ਪਾਸੇ ਅੰਗਰੇਜ਼ੀ ਦੇ ਵਿੱਚ ਜੇਕਰ ਅਸੀਂ ਘੱਗਾ ਲਿਖਣਾ ਹੈ ਤਾਂ ਉਸ ਦੇ ਲਈ GH ਯਾਨੀ ਕਿ 2 ਅਲਫਾਬੈਟ ਵਰਤੇ ਜਾਣਗੇ। ਜੇਕਰ ਅਸੀਂ ਝੱਜਾ ਲਿਖਣਾ ਹੈ ਅਤੇ ਉਹਦੇ ਲਈ JH 2 ਵਰਤੇ ਜਾਣਗੇ। ਧੱਦਾ ਲੱਗਣਾ ਹੈ ਅਤੇ DH ਵਰਤਿਆ ਜਾਏਗਾ। ਅਤੇ ਹਿੰਦੀ ਦੇ ਵਿੱਚ ਇਹਨਾਂ ਦਾ ਉਚਾਰਨ ਘੱਗਾ ਝੱਜਾ ਧੱਦਾ ਦੇ ਰੂਪ ਦੇ ਵਿੱਚ ਹੈ, ਪਰ ਪੰਜਾਬੀ ਦੇ ਵਿੱਚ ਜਿਹੜੀ ਇਹਦੀ ਟੋਨ ਹੈ ਜਾਂ ਜਿਹੜਾ ਇਹਦਾ ਉਚਾਰਨ ਹੈ ਘਰ ਸ਼ਬਦ ਜਿਹੜਾ ਹੈ ਇਹ ਸਿਰਫ ਔਰ ਸਿਰਫ ਪੰਜਾਬੀ ਦੇ ਵਿੱਚ ਹੀ ਉਚਾਰਿਆ ਜਾਂਦਾ ਹੈ। ਇਹ ਵੱਖਰੀ ਟੋਨ ਹੈ ਇਸ ਦੀ। ਗੁਰਮੁਖੀ ਲਿਪੀ ਦੇ ਵਿੱਚ ਬੇਲੋੜੇ ਅੱਖਰ ਨਹੀਂ ਹਨ, ਬੇਲੋੜੇ ਭਾਵ ਜਿਸ ਤਰ੍ਹਾਂ ਹਿੰਦੀ ਦੀ ਦੇਵਨਾਗਰੀ ਲਿਪੀ ਦੇ ਵਿੱਚ ਬਹੁਤ ਸਾਰੇ ਅਜਿਹੇ ਅੱਖਰ ਹਨ ਜਿਵੇਂ ਛੱਛਾ ਛਟਕਾਉਣ ਵਾਲਾ ਵੀ ਵਰਤਿਆ ਜਾਂਦਾ ਹੈ, ਛੱਛਾ ਸ਼ਲਗਮ ਵਾਲਾ ਵੀ ਵਰਤਿਆ ਜਾਂਦਾ ਹੈ। ਅਤੇ ਇਸੇ ਤਰ੍ਹਾਂ ਉਰਦੂ ਫਾਰਸੀ ਜਿਹੜੀ ਹੈ ਉਸ ਦੇ ਵਿੱਚ ਵੀ ਜਾਲ ਜਵਾਦ ਅਤੇ ਜੋਏ ਜੋ ਹੈ ਇਹ ਵਰਤੇ ਜਾਂਦੇ ਹਨ। ਇੱਕੋ ਜੱਜੇ ਦੇ ਲਈ 3 ਰੂਪ ਹਨ ਫਾਰਸੀ ਦੇ ਵਿੱਚ ਵੀ, ਪਰ ਪੰਜਾਬੀ ਦੇ ਵਿੱਚ ਕੋਈ ਬੇਲੋੜੇ ਅੱਖਰ ਨਹੀਂ ਹਨ ਔਰ ਅੱਖਰਾਂ ਦਾ ਫਾਲਤੂ ਦਾ ਬਾਫਰ ਕਿਸਮ ਦਾ ਦੁਹਰਾਓ ਨਹੀਂ ਹੈ। ਇੱਕ ਆਵਾਜ਼ ਦੇ ਲਈ ਇੱਕੋ ਅੱਖਰ ਹੈ। ਅਤੇ ਗੁਰਮੁਖੀ ਲਿਪੀ ਵਿਆਕਰਨਕ ਤੌਰ 'ਤੇ ਵੀ ਸ਼ੁੱਧਤਾ ਦੀ ਧਾਰਨੀ ਹੈ। ਇਸ ਤਰ੍ਹਾਂ ਜੋ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਵੱਧ ਢੁਕਵੀਂ ਲਿਪੀ ਹੈ, ਸਭ ਤੋਂ ਵੱਧ ਵਿਗਿਆਨਿਕ ਲਿਪੀ ਹੈ, ਸਭ ਤੋਂ ਵੱਧ ਪ੍ਰਾਚੀਨ ਲਿਪੀ ਹੈ ਜਿਸ ਦਾ ਸੰਬੰਧ ਜੋ ਹੈ ਬ੍ਰਹਮੀ ਲਿਪੀ ਦੇ ਨਾਲ ਜੁੜਦਾ ਹੈ। ਅਤੇ ਸਭ ਤੋਂ ਉੱਚ ਪਾਏ ਦੀ ਰਚਨਾ ਵੀ ਜਿਹੜੀ ਹੈ ਇਸ ਲਿਪੀ ਦੁਆਰਾ ਪੰਜਾਬੀ ਭਾਸ਼ਾ ਦੇ ਵਿੱਚ ਕੀਤੀ ਗਈ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੋ ਇੱਕ ਉੱਚ ਪਾਏ ਦੀ ਰਚਨਾ ਹੈ, ਵਿਸ਼ਵ ਪੱਧਰ ਦੀ ਜੋ ਗ੍ਰੰਥ ਹੈ ਉਸ ਨੂੰ ਲਿਖਣ ਦੇ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਗਈ ਹੈ, ਜਿਸ ਸਦਕਾ ਗੁਰਮੁਖੀ ਲਿਪੀ ਜਿਹੜੀ ਹੈ ਉਸ ਦਾ ਕਲਾਸੀਕਲ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਦੇ ਵਿੱਚ ਬਹੁਤ ਵੱਡਾ ਰੋਲ ਹੈ। ਅਤੇ ਇਹ ਲਿਪੀ ਜਿਹੜੀ ਹੈ ਸਮੇਂ ਦੇ ਹਾਣ ਦੀ ਹੋਣ ਸਦਕਾ ਸ਼ੁਰੂ ਤੋਂ ਹੀ ਇਹ ਸਤਿਕਾਰੀ ਗਈ ਹੈ, ਸਵੀਕਾਰੀ ਗਈ ਹੈ ਪੰਜਾਬੀ ਬੁਲਾਰਿਆਂ ਦੁਆਰਾ। ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦੀਆਂ ਭੂਗੋਲਿਕ ਹੱਦਾਂ ਦੇ ਵਿੱਚ, ਜੋ ਪੁਰਾਤਨ ਪੰਜਾਬ ਤੋਂ ਲੈ ਕੇ ਆਧੁਨਿਕ ਪੰਜਾਬ ਦੇ ਵਿੱਚ ਇੱਥੋਂ ਤੱਕ ਕਿ ਹੁਣ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਗੁਰਮੁਖੀ ਲਿਪੀ ਜਾਂ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਲੱਖਾਂ ਦੇ ਵਿੱਚ ਹੈ। ਸੋ ਇਹਨਾਂ ਸਾਰਿਆਂ ਤੱਥਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਪੁਰਾਤਨ ਕਾਲ ਤੋਂ ਹੀ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਸੁਤੰਤਰ, ਸਮਰੱਥ ਅਤੇ ਸਮੇਂ ਦੇ ਹਾਣ ਦੀ ਲਿਪੀ ਹੈ। ਸਮੇਂ ਦੇ ਹਾਣ ਦੀ ਲਿਪੀ ਭਾਵ ਇਸ ਦੇ ਵਿੱਚ ਸਮੇਂ ਦੇ ਨਾਲ ਜੋ ਜੋ ਪਰਿਵਰਤਨ ਹੁੰਦੇ ਰਹੇ, ਜੋ ਜੋ ਸਾਹਿਤ ਰੂਪ ਆਉਂਦੇ ਗਏ, ਉਸੇ ਤਰ੍ਹਾਂ ਇਹ ਲਿਪੀ ਨੇ ਉਹਨਾਂ ਜੋ ਬਦਲਾਵ ਸਨ ਉਹਨਾਂ ਨੂੰ ਸਵੀਕਾਰਿਆ ਵੀ ਅਤੇ ਆਪਣੇ ਅੰਦਰ ਸਮੋ ਲਿਆ ਅਤੇ ਉਸ ਦੇ ਅਨੁਸਾਰ ਢਲ ਕੇ ਲਚਕਦਾਰ ਲਿਪੀ ਵਜੋਂ ਪ੍ਰਵਾਨੀ ਗਈ ਹੈ। ਅਤੇ ਭਵਿੱਖਮੁਖੀ ਹੈ। ਭਵਿੱਖ ਦੇ ਵਿੱਚ ਵੀ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹੋਣ ਵਾਲੇ ਪਰਿਵਰਤਨ ਜਿਹੜੇ ਹਨ ਉਹਨਾਂ ਨੂੰ ਅਪਣਾਉਣ ਦੇ ਵਿੱਚ ਸਭ ਤੋਂ ਅੱਗੇ ਹੈ, ਕਿਉਂਕਿ ਇਹ ਬੇਹੱਦ ਵਿਸ਼ਾਲ ਦਿਲ ਵਾਲੀ ਲਿਪੀ ਹੈ ਜਿਸ ਨੇ ਹਰ ਤਰ੍ਹਾਂ ਦੇ ਬਦਲਾਵ ਨੂੰ ਸਵੀਕਾਰ ਕੀਤਾ ਹੈ। ਅਤੇ ਇਸੇ ਸਦਕਾ ਹੀ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਅਜੋਕੇ ਸਮੇਂ ਦੇ ਵਿੱਚ ਵੀ ਜੋ ਵੀ ਵਿਸ਼ਵ ਭਰ ਦੇ ਵਿੱਚ ਪਰਿਵਰਤਨ ਹੋ ਰਹੇ ਹਨ ਵਿਗਿਆਨ ਅਤੇ ਟੈਕਨੋਲੋਜੀ ਦੇ ਰੂਪ ਦੇ ਵਿੱਚ, ਇੱਥੋਂ ਤੱਕ ਕਿ ਮੋਬਾਈਲ ਦੇ ਵਿੱਚ ਵੀ ਇਸ ਲਿਪੀ ਦੇ ਫੌਂਟ ਜਿਹੜੇ ਹਨ ਉਹ ਵੱਖ ਕਿਸਮ ਦੇ ਅਨੇਕਾਂ ਫੌਂਟ ਜਿਹੜੇ ਹਨ ਪ੍ਰਚਲਿਤ ਹਨ। ਉਹ ਇਸ ਦੀ ਵਿਗਿਆਨਿਕਤਾ ਨੂੰ ਵੀ ਸਿੱਧ ਕਰਦੇ ਹਨ। ਇਸ ਨੂੰ ਸਮੇਂ ਦੇ ਹਾਣ ਦੀ ਹੋਣ ਦਾ ਵੀ ਸਭ ਤੋਂ ਵੱਡਾ ਪ੍ਰਤੱਖ ਪ੍ਰਮਾਣ ਹਨ। ਸੋ ਇਹਨਾਂ ਸਾਰੇ ਤੱਥਾਂ ਦੇ ਆਧਾਰ 'ਤੇ ਅਸੀਂ ਗੁਰਮੁਖੀ ਲਿਪੀ ਨੂੰ ਦੀਆਂ ਇਹਨਾਂ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਗੁਰਮੁਖੀ ਲਿਪੀ ਨੂੰ ਹਿੰਦੁਸਤਾਨ ਦੀ ਜਾਂ ਵਿਸ਼ਵ ਭਰ ਦੀਆਂ ਪੁਰਾਣੀਆਂ ਲਿਪੀਆਂ ਦੇ ਵਿੱਚ ਇਸ ਦਾ ਨਾਮ ਜੋ ਹੈ ਉਹ ਦਰਜ ਕੀਤਾ ਜਾ ਸਕਦਾ ਹੈ। ਅਤੇ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਲਈ ਸਭ ਤੋਂ ਉਚਿਤ ਲਿਪੀ ਹੈ ਬਜਾਏ ਕਿਸੇ ਹੋਰ ਲਿਪੀ ਦੇ ਵਿੱਚ ਇਸ ਨੂੰ ਪੰਜਾਬੀ ਭਾਸ਼ਾ ਨੂੰ ਲਿਖੇ ਜਾਣ ਦੇ। ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਚਰਚਾ ਜੋ ਹੈ ਇਹ ਕਾਫੀ ਸਹਾਇਕ ਸਿੱਧ ਹੋਵੇਗੀ ਇਮਤਿਹਾਨੀ ਲੋੜਾਂ ਦੇ ਲਈ। ਮਿਲਾਂਗੇ ਕਿਸੇ ਅਗਲੇ
ਵੀਡੀਓ ਦੇ ਵਿੱਚ ਕਿਸੇ ਅਗਲੀ ਚਰਚਾ ਨਵੇਂ ਵਿਸ਼ੇ ਨੂੰ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।